ਗੁਰਪ੍ਰੀਤ ਸਤਸੰਗ ਜੀ। ਮੈਂ ਵਿਨੋਦ ਜੋ ਲੰਡਨ ਇੰਗਲੈਂਡ ਵਿੱਚ ਰਹਿੰਦਾ ਹਾਂ। ਆਪ ਜੀ ਦੇ ਲਈ ਪੂਜੀ ਮਨੀਸ਼ ਸਾਹਿਬ ਜੀ ਦੇ ਅਨਮੋਲ ਵਚਨ ਲੈ ਕੇ ਹਾਜ਼ਰ ਹੋਇਆ ਹਾਂ। ਬੇਨਤੀ ਹੈ ਕਿ ਜੋ ਕੋਈ ਵੀ ਪ੍ਰੇਮੀ ਇਹਨਾਂ ਵਚਨਾਂ ਨੂੰ ਸੁਣੇ ਅਤੇ ਕੋਸ਼ਿਸ਼ ਕਰਕੇ ਇਹਨਾਂ ਵਚਨਾਂ ਤੋਂ ਲਾਭ ਉਠਾਵੇ। ਤੋ ਸਾਧ ਸੰਗਤ ਜੀ, ਪੇਸ਼ ਹਨ ਪੂਜੀ ਮਨੀਸ਼ ਸਾਹਿਬ ਜੀ ਦੇ ਅਨਮੋਲ ਵਚਨ। ਅਤੇ ਅੱਜ ਕੱਲ੍ਹ ਤੋਂ ਅੱਗੇ ਅੱਜ ਰਾਤ ਦੀ ਮਜਲਿਸ ਵਿੱਚ ਪੱਟੀ ਤੋਂ ਆਏ ਭੁਪਿੰਦਰ ਸਿੰਘ ਜੀ ਤੋਂ ਪੂਜੀ ਮਨੀਸ਼ ਸਾਹਿਬ ਜੀ ਨੇ ਪੁੱਛਿਆ ਕਿ ਸੋਨਾ ਕਿਵੇਂ ਢਾਲਦੇ ਹੋ। ਇਹ ਸੁਣ ਕੇ ਭੁਪਿੰਦਰ ਜੀ ਨੇ ਬੜੇ ਵਿਸਥਾਰਪੂਰਵਕ ਪੂਜੀ ਮਨੀਸ਼ ਸਾਹਿਬ ਜੀ ਨੂੰ ਦੱਸਿਆ, ਕਿਉਂਕਿ ਭੁਪਿੰਦਰ ਜੀ ਸੋਨੇ ਦਾ ਹੀ ਕੰਮ ਕਰਦੇ ਨੇ। ਤਾਂ ਇਹ ਸੁਣ ਕੇ ਪੂਜੀ ਮਨੀਸ਼ ਸਾਹਿਬ ਜੀ ਨੇ ਫਰਮਾਇਆ, ਕਈ ਲੋਕ ਕਹਿੰਦੇ ਨੇ ਕਿ ਅਗਰ ਇੱਕ ਮਣ ਸੋਨਾ ਹੋਵੇ ਤਾਂ ਮੈਂ ਇਸ ਤਰ੍ਹਾਂ ਕਰਾਂ ਜਾਂ ਇਸ ਤਰ੍ਹਾਂ ਕਰਾਂ। ਅਤੇ ਫਿਰ ਆਪ ਜੀ ਨੇ ਲਾਂਗਰੀ ਬਾਲੂ ਰਾਮ ਵੱਲ ਇਸ਼ਾਰਾ ਕਰਦੇ ਹੋਏ ਪੁੱਛਿਆ ਬਾਲੂ ਰਾਮ ਕਿਵੇਂ ਕਰੇਗਾ। ਬਾਲੂ ਰਾਮ ਨੇ ਜੀ ਕਿਹਾ, ਜੀ ਆਪ ਹੀ ਜਾਣੋ। ਤਾਂ ਪੂਜੀ ਮਨੀਸ਼ ਸਾਹਿਬ ਜੀ ਨੇ ਫਰਮਾਇਆ, ਸਾਨੂੰ ਤਾਂ ਆਪ ਕੁਝ ਨਹੀਂ ਸਮਝ ਆਉਂਦਾ। ਇਸ ਤੋਂ ਬਾਅਦ ਪੂਜੀ ਮਨੀਸ਼ ਸਾਹਿਬ ਜੀ ਨੇ ਹੁਣੇ ਇੱਕ ਸ਼ਬਦ ਕੱਢ ਕੇ ਦਿੱਤਾ ਸੀ ਕਿਤਾਬ ਵਿੱਚੋਂ, ਅਤੇ ਭਜਨ ਮੰਡਲੀ ਨੇ ਇਹ ਸ਼ਬਦ ਪਹਿਲੀ ਵਾਰੀ ਬੋਲਿਆ ਹੈ। ਅਤੇ ਫਿਰ ਫਰਮਾਇਆ ਕਿ ਹਾਥੀ ਬਹੁਤ ਖਰਾਬ ਹੁੰਦਾ ਹੈ। ਜਦੋਂ ਅਸੀਂ ਨਾਭੇ ਸੀ, ਮਹਾਵਤ ਛੁੱਟੀ 'ਤੇ ਗਿਆ ਹੋਇਆ ਸੀ ਅਤੇ ਹਾਥੀ ਦੀ ਸੰਭਾਲ ਦੀ ਸਾਡੀ ਡਿਊਟੀ ਲਾ ਦਿੱਤੀ ਗਈ। ਹਾਥੀ ਦਾ ਰਾਸ਼ਨ ਵਗੈਰਾ ਉਹ ਰਾਹ 'ਚ ਹੀ ਖਾ ਜਾਂਦੇ ਸੀ ਅਤੇ ਸਾਨੂੰ ਅਫਸਰ ਕਹਿੰਦੇ ਕਿ ਤੁਸੀਂ ਨਾਲ ਜਾਇਆ ਕਰੋ। ਹੁਣ ਅਸੀਂ ਰਾਸ਼ਨ ਪੂਰਾ ਦਿੱਤਾ ਤਾਂ ਹਾਥੀ ਅੱਗੇ ਨਾਲੋਂ ਰਾਜ਼ੀ ਹੋ ਗਿਆ। ਦੇਤਵਾਲ ਤੋਂ ਆਏ ਬਲਵੀਰ ਸਿੰਘ ਜੀ ਵੱਲ ਇਸ਼ਾਰਾ ਕਰਦੇ ਹੋਏ ਫਰਮਾਇਆ, ਚਰਨਜੀਤ ਦੇ ਘਰ ਦੇ ਕੋਲ ਨੂੰ ਹਾਥੀ ਖਾਨਾ ਅਤੇ ਵਾੜਾ ਹੁੰਦਾ ਸੀ। ਇੱਕ ਦਿਨ ਅਸੀਂ ਸ਼ਾਮ ਨੂੰ ਗੱਡੇ ਦੇ ਨਾਲ ਸਾਈਕਲ 'ਤੇ ਜਾ ਰਹੇ ਸੀ ਅਤੇ 1 ਮੀਲ ਤੋਂ ਹੀ ਹਾਥੀ ਨੇ ਸਾਨੂੰ ਦੇਖ ਲਿਆ ਅਤੇ ਝੂਮਣ ਲੱਗ ਗਿਆ। ਜਦੋਂ ਉੱਥੇ ਪਹੁੰਚੇ ਤਾਂ ਸਾਨੂੰ ਮਹਾਵਤ ਨੇ ਦੱਸਿਆ ਕਿ ਇੰਨੀ ਸੁੰਘਣ ਦੀ ਸ਼ਕਤੀ ਤੇਜ਼ ਹੁੰਦੀ ਹੈ ਹਾਥੀ ਦੀ। ਜਿਹੜੇ ਹਾਥੀ ਦਾ ਸਮਾਨ ਖਾਂਦੇ ਨੇ, ਅਗਰ ਹਾਥੀ ਖੁੱਲ੍ਹ ਜਾਏ ਤਾਂ ਉਹ ਸੁੰਘ ਕੇ ਬੱਚੇ ਤੱਕ ਮਾਰ ਦੇਵੇ। ਇੰਨਾ ਖਤਰਨਾਕ ਹੁੰਦਾ ਹੈ ਹਾਥੀ। ਅਤੇ ਫਿਰ ਪੂਜੀ ਮਨੀਸ਼ ਸਾਹਿਬ ਜੀ ਨੇ ਫਰਮਾਇਆ, ਇਸੇ ਤਰ੍ਹਾਂ ਹੀ ਮਨ ਦਾ ਹਾਲ ਹੈ। ਇਹ ਬੜੀ ਬਲਾ ਹੈ। ਇਸੇ ਤਰ੍ਹਾਂ ਇਸ ਨੂੰ ਕਾਬੂ ਕਰਨਾ ਬੜਾ ਮੁਸ਼ਕਿਲ ਹੈ। ਫਿਰ ਆਪ ਜੀ ਨੇ ਫਰਮਾਇਆ ਕਿ ਇਸ ਮੁਸਲਮਾਨ ਫਕੀਰ ਸੀ, ਉਸ ਨੂੰ ਕਿਸੇ ਨੇ ਰੋਟੀ ਦਿੱਤੀ ਤਾਂ ਉਹ ਫਕੀਰ ਨੇ ਥੋੜ੍ਹੀ ਜਿਹੀ ਰੋਟੀ ਖਾਧੀ ਅਤੇ ਬਸ ਕਰ ਗਿਆ। ਤਾਂ ਉਹ ਕਹਿੰਦੇ, ਬਸ ਇੰਨੀ ਰੋਟੀ ਖਾਧੀ ਹੈ। ਤਾਂ ਫਕੀਰ ਕਹਿਣ ਲੱਗਾ, ਇੰਦਰੀਆਂ ਬਦਨਾਮ ਘੋੜੇ ਦੀ ਤਰ੍ਹਾਂ ਨੇ। ਘੋੜੇ ਨੂੰ ਜਰਾ ਚਾਬਕ ਮਾਰੋ, ਪਤਾ ਨਹੀਂ ਕਿਹੜੇ ਖੱਡ 'ਚ ਲਿਜਾ ਕੇ ਸਿੱਟੇ। ਮਨ ਦਾ ਕੀ ਅਤਬਾਰ। ਫਕੀਰ ਕਹਿੰਦਾ ਕਿ ਮੈਂ ਤਾਂ ਸਾਧਨਾ ਰੂਪੀ ਲਗਾਮ ਨੂੰ ਹਮੇਸ਼ਾ ਹੀ ਹੱਥ 'ਚ ਕੱਸ ਕੇ ਰੱਖਦਾ ਹਾਂ। ਵਚਨ ਨੰਬਰ 432। ਪੂਜੀ ਮਨੀਸ਼ ਸਾਹਿਬ ਜੀ ਨੇ ਫਰਮਾਇਆ, ਜਦੋਂ ਪਾਪ ਵੱਧਦਾ ਹੈ ਤੇ ਫਿਰ ਵੱਧਦਾ ਹੀ ਜਾਂਦਾ ਹੈ। ਵਚਨ ਨੰਬਰ 433। ਅੱਜ ਡੇਰਾ ਜਗਮਾਲਵਾੜੀ ਵਿੱਚ ਰਾਤ ਦੀ ਮਜਲਿਸ ਵਿੱਚ ਕਵਨ ਨਹੀਂ ਪਤਰਿਆ ਤੇ ਮਨ ਖੁੱਟ ਹਰ ਤੇਰਾ ਨਹੀਂ ਵਿਸ਼ਵਾਸ। ਇਹ ਦੋਨੋਂ ਸ਼ਬਦ ਪੂਜੀ ਮਨੀਸ਼ ਸਾਹਿਬ ਜੀ ਨੇ ਮਜਲਿਸ ਦੀ ਸਮਾਪਤੀ ਤੋਂ ਬਾਅਦ ਦੁਬਾਰਾ ਬੁਲਵਾਏ ਅਤੇ ਫਰਮਾਇਆ, ਚਲੋ ਇਹ ਬਲਾ ਤਾਂ ਯਾਦ ਰਹੇਗੀ। ਮਸਤਾਨਾ ਜੀ ਇੱਕ ਸ਼ਬਦ ਨੂੰ 6 ਮਹੀਨੇ ਗਵਾਉਂਦੇ ਹੁੰਦੇ ਸੀ ਕਿ ਯਾਦ ਰਹੇ, ਪਰ ਫਿਰ ਯਾਦ ਕਿਸੇ ਦੇ ਵੀ ਨਾ ਰਿਹਾ। ਅਤੇ ਫਿਰ ਫਰਮਾਇਆ, ਮਨ ਬੜਾ ਬਦਮਾਸ਼ ਹੈ, ਇਸ ਨੇ ਵੱਡਿਆਂ ਨੂੰ ਮਾਰ ਦਿੱਤਾ ਹੈ। ਮਸਤਾਨਾ ਜੀ ਸਾਡੇ ਸਮਝਾਉਣ ਲਈ ਕਿਹਾ ਕਰਦੇ ਸੀ ਕਿ ਇਸ ਬਲਾ ਤੋਂ ਸਤਿਗੁਰ ਟਕੇ, ਅਖੀਰੀ ਦਮ ਤੱਕ ਇਹੀ ਕਹਿੰਦੇ ਰਹੇ। ਫਰਮਾਇਆ ਕਿ ਹਾਲੇ ਸੱਚਾ ਸੌਦਾ ਬਣਿਆ ਹੀ ਨਹੀਂ ਸੀ। ਇੱਕ ਚਿੱਠੀ ਆਈ ਸੀ, ਇੱਕ ਲਗੌੜਾ ਜਿਹਾ ਸੀ ਬਿਆਸ ਦਾ। ਮਸਤਾਨਾ ਜੀ ਨੇ ਕਹਿਣਾ, ਮੈਨੇਜਰ ਉਹ ਚਿੱਠੀ ਲਿਆ। ਸਾਨੂੰ ਪਤਾ ਨਹੀਂ ਸੀ। ਉਹ ਕਹਿੰਦਾ ਹੁੰਦਾ ਸੀ ਕਿ ਇਹ ਤਾਂ ਕਹਿੰਦਾ ਹੈ ਕਿ ਮੈਂ ਪਰਮਾਰਥ ਕਰਦਾ ਹਾਂ। ਉਦੋਂ ਹੀ ਪਤਾ ਲੱਗਦਾ ਹੈ ਜਦ ਮਨ ਉਲਟਾ ਕੇ ਸਿੱਟ ਦਿੰਦਾ ਹੈ। ਅਤੇ ਫਿਰ ਫਰਮਾਇਆ, ਇਹ ਤਾਂ ਸੇਵਾ ਅਤੇ ਸਿਮਰਨ 'ਚ ਲੱਗਾ ਰਹੇ ਫੇਰ ਹੈ। ਇੱਕ ਮਾਸਟਰ ਨੇ ਬੱਚਿਆਂ ਨੂੰ ਸਬਕ ਪੜ੍ਹਾਇਆ ਕਿ ਸਦਾ ਸੱਚ ਬੋਲੋ। ਅਗਲੇ ਦਿਨ ਸਾਰੇ ਬੱਚੇ ਯਾਦ ਕਰਕੇ ਆਏ ਕਿ ਸਦਾ ਸੱਚ ਬੋਲੋ। ਤਾਂ ਇੱਕ ਬੱਚਾ ਸਬਕ ਯਾਦ ਕਰਕੇ ਨਾ ਆਇਆ।
ਤਾਂ ਮਾਸਟਰ ਜੀ ਕਹਿੰਦਾ ਚਲੋ ਕੱਲ੍ਹ ਯਾਦ ਕਰ ਆਉਣਾ। ਉਹ ਦੂਸਰੇ ਦਿਨ ਵੀ ਯਾਦ ਕਰਕੇ ਨਾ ਆਇਆ। ਤੀਸਰਾ ਦਿਨ ਹੋ ਗਿਆ, ਚੌਥਾ ਦਿਨ ਹੋ ਗਿਆ, ਪੰਜਵਾਂ ਦਿਨ ਹੋ ਗਿਆ। ਮਾਸਟਰ ਨੇ ਬੱਚੇ ਨੂੰ ਕੁੱਟਿਆ, ਕਹਿੰਦਾ ਛੋਟਾ ਜਿਹਾ ਤਾਂ ਸਬਕ ਹੈ, ਤੇਰੇ ਕੋਲ ਇਹ ਵੀ ਯਾਦ ਨਹੀਂ ਹੁੰਦਾ। ਇਸ ਤਰ੍ਹਾਂ ਹੀ ਮਹੀਨਾ ਹੋ ਗਿਆ, 2 ਮਹੀਨੇ ਲੰਘ ਗਏ, ਇਹ 6 ਮਹੀਨੇ ਹੋ ਗਏ। ਇੱਕ ਦਿਨ ਬੱਚਾ ਕਹਿੰਦਾ ਮਾਸਟਰ ਜੀ ਹੁਣ ਸਬਕ ਯਾਦ ਹੋ ਗਿਆ ਹੈ। ਅਤੇ ਮਾਸਟਰ ਕਹਿੰਦਾ ਕਿਵੇਂ? ਲੜਕਾ ਕਹਿੰਦਾ ਸਬਕ ਤਾਂ ਮੈਂ ਉਸੇ ਦਿਨ ਹੀ ਯਾਦ ਕਰ ਲਿਆ ਸੀ, ਪਰ ਮੈਥੋਂ ਫਿਰ ਝੂਠ ਬੋਲਿਆ ਜਾਂਦਾ ਸੀ। ਕਹਿੰਦਾ ਹੁਣ ਠੀਕ ਹੈ। ਤਾਂ ਪੂਜਯ ਮਨੀਸ਼ ਸਾਹਿਬ ਜੀ ਨੇ ਫਰਮਾਇਆ ਇਹ ਪ੍ਰੈਕਟੀਕਲ ਕੋਰਸ ਹੈ। ਵਚਨ ਨੰਬਰ 434। ਡੇਰਾ ਜਗਮਾਲ ਵਾਲੀ ਵਿੱਚ ਅੱਜ ਮਹੀਨੇ ਦਾ ਸਤਸੰਗ ਹੈ। ਅਤੇ ਪੂਜਯ ਮਨੀਸ਼ ਸਾਹਿਬ ਜੀ ਨੇ ਗੁਰਬਾਣੀ ਦਾ ਸ਼ਬਦ ਸਾਧੂ ਜਨ ਦੇ ਮਿਲਾਏ ਬੁਲਵਾਇਆ ਅਤੇ ਨਾਲ ਹੀ ਫਰਮਾਇਆ ਕਿ ਸਾਰੀ ਭਗਤੀ ਦਾ ਮੂਲ ਮੰਤਰ ਕੀ ਹੈ ਕਿ ਰਾਮ ਨਾਮ ਨੂੰ ਪ੍ਰਗਟ ਕਰਨਾ ਹੈ। ਨਾਮ ਇੱਕ ਤਾਕਤ ਹੈ ਜਿਹੜੀ ਜ਼ਰਰੇ ਜ਼ਰਰੇ ਨੂੰ ਤਾਕਤ ਦਿੰਦੀ ਹੈ। ਨਾਮ ਕੇ ਤਾਰੇ ਸਗਲੇ ਜੰਤ, ਨਾਮ ਕੇ ਤਾਰੇ ਆਕਾਸ਼ ਪਤਾਲ, ਨਾਮ ਕੇ ਤਾਰੇ ਪੁਰੀਆਂ ਸਭ ਪਵਨ। ਅਤੇ ਫਿਰ ਫਰਮਾਇਆ ਉਸ ਨਾਮ ਨੂੰ ਪ੍ਰਗਟ ਕਰਨਾ, ਇਹੀ ਭਗਤੀ ਜਨਮ ਮਰਨ ਦੇ ਚੱਕਰ 'ਚੋਂ ਕੱਢਣ ਵਾਲੀ ਹੈ। ਇਹ ਭਗਤੀ ਕਹਿੰਦੇ ਸੰਤਾਂ ਦੇ ਜ਼ਰੀਏ ਹੀ ਸਿੱਖੀ ਜਾਂਦੀ ਹੈ। ਇਹ ਭਗਤੀ ਇੱਕ ਪ੍ਰੈਕਟੀਕਲ ਕੋਰਸ ਹੈ, ਗੱਲਾਂ ਦਾ ਮਜ਼ਮੂਨ ਨਹੀਂ। ਵਚਨ ਨੰਬਰ 435। ਪੂਜਯ ਮਨੀਸ਼ ਸਾਹਿਬ ਜੀ ਨੇ ਫਰਮਾਇਆ ਕਿੰਨੇ ਮੱਤ ਨੇ ਦੁਨੀਆ ਵਿੱਚ, ਸੈਂਕੜੇ ਹੋ ਗਏ ਨੇ। ਅਸਲ 2 ਮੱਤ ਨੇ, ਮਨ ਮੱਤ ਅਤੇ ਗੁਰਮਤ। ਮਨ ਅੰਤਰ ਬੋਲੇ ਸਭ ਕੋਏ, ਮਨ ਮਾਰੇ ਮੈਨੂੰ ਭਗਤ ਨਾ ਹੋਏ। ਜਿਹੜੇ ਜੀਵ ਮਨ ਦੇ ਦਾਇਰੇ 'ਚ ਨੇ ਉਹ ਮਨਮੁਖ ਨੇ। ਜਿਨ੍ਹਾਂ ਨੇ ਮਨ ਨੂੰ ਕਾਬੂ ਕਰ ਲਿਆ ਹੈ ਉਹ ਗੁਰਮੁਖ ਨੇ। ਮਨ ਜੀਤੇ ਜਗਜੀਤ। ਵਚਨ ਨੰਬਰ 436। ਪੂਜਯ ਮਨੀਸ਼ ਸਾਹਿਬ ਜੀ ਨੇ ਫਰਮਾਇਆ ਪਰਮਾਰਥ 'ਚ ਪਹਿਲਾ ਕਦਮ ਦੀਨਤਾ ਅਤੇ ਗਰੀਬੀ ਧਾਰਨ ਕਰਨਾ ਹੈ ਅਤੇ ਸਭ ਨਾਲ ਪ੍ਰੇਮ ਕਰਨਾ ਹੈ। ਅਤੇ ਫਿਰ ਫਰਮਾਇਆ ਸਾਚ ਕਹੂੰ ਸੁਨ ਲੈ ਹੋ ਸਭ ਹੈ, ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭੁ ਪਾਇਓ, ਪ੍ਰੇਮ ਬਿਨਾ ਕਛੂ ਹਾਥ ਨਾ ਆਇਓ। ਅਤੇ ਫਿਰ ਫਰਮਾਇਆ ਬਾਣੀ ਤਾਂ ਹੈ ਪਰ ਇਸ 'ਤੇ ਕੋਈ ਅਮਲ ਨਹੀਂ ਕਰਦਾ, ਇਹ ਜਿਸ ਨੂੰ ਮਾਲਕ ਬਖਸ਼ੇ। ਦੁਨੀਆ ਬਾਣੀ ਪੜ੍ਹਨ 'ਚ ਹੀ ਰਹਿ ਗਈ ਪਰ ਕਿਸੇ ਨੇ ਅਮਲ ਨਾ ਕੀਤਾ। ਅਤੇ ਫਿਰ ਫਰਮਾਇਆ ਇਹ ਗੁਰੂ ਅਮਰਦਾਸ ਜੀ ਦਾ ਸ਼ਬਦ ਹੈ, ਜਗ ਜੀਵਨ ਸਾਚਾ ਏਕੋ ਦਾਤਾ। ਅਤੇ ਫਿਰ ਫਰਮਾਇਆ ਕਹਿੰਦੇ ਹਨ ਉਹ ਸਤਿਗੁਰ ਜਿਹੜਾ ਜ਼ਰਰੇ ਜ਼ਰਰੇ ਨੂੰ ਤਾਕਤ ਦਿੰਦਾ ਹੈ, ਜਿਹੜੀ ਸਾਰੀ ਦੁਨੀਆ ਦੀ ਪ੍ਰਤਿਪਾਲਨਾ ਕਰਦਾ ਹੈ, ਪੱਥਰ 'ਚ ਵੀ ਕੀੜੇ ਨੂੰ ਜ਼ਿੰਦਗੀ ਦਿੰਦਾ ਹੈ, ਉਹ ਸਭਨਾਂ ਦਾ ਇੱਕੋ ਹੀ ਹੈ। ਇਹ ਨਹੀਂ ਕਿ ਉਹ ਸਿੱਖਾਂ ਦਾ ਹੋਰ ਹੈ ਅਤੇ ਹਿੰਦੂਆਂ ਦਾ ਹੋਰ ਹੈ ਅਤੇ ਮੁਸਲਮਾਨਾਂ ਦਾ ਹੋਰ ਹੈ। ਉਹ ਸਭ ਦਾ ਇੱਕੋ ਹੀ ਹੈ ਜਿਸ ਦੀ ਜੋਤ ਸਭ ਦੇ ਅੰਦਰ ਕੰਮ ਕਰਦੀ ਹੈ। ਅਤੇ ਫਿਰ ਫਰਮਾਇਆ ਜਦ ਅਸੀਂ ਅੰਦਰ ਜਾਂਦੇ ਹਾਂ ਤਾਂ ਉਹ ਸਤਿਗੁਰ ਫਕੀਰਾਂ ਦੇ ਰੂਪ 'ਚ ਆ ਕੇ ਸਾਨੂੰ ਸੱਚਾ ਸ਼ਬਦ ਪਕੜਾਉਂਦਾ ਹੈ। ਐਸਾ ਸਾਧੂ ਸਾਨੂੰ ਮਾਲਕ ਦੀ ਮਿਹਰ ਨਾਲ ਹੀ ਮਿਲਦਾ ਹੈ। ਵਚਨ ਨੰਬਰ 438। ਅੱਜ ਪੂਜਯ ਮਨੀਸ਼ ਸਾਹਿਬ ਜੀ ਨੇ ਫਰਮਾਇਆ ਮਾਲਕ ਨੂੰ ਨਾ ਮਨ ਨੇ ਦੇਖਣਾ ਹੈ ਨਾ ਤਨ ਨੇ ਦੇਖਣਾ ਹੈ, ਜਦ ਵੀ ਦੇਖਣਾ ਹੈ ਆਤਮਾ ਨੇ ਦੇਖਣਾ ਹੈ। ਫਿਰ ਫਰਮਾਇਆ ਆਤਮਾ ਪਰਦਿਆਂ 'ਚ ਟਕੀ ਹੋਈ ਹੈ। ਪਰਦੇ ਚੱਕਣ ਲਈ ਸਾਨੂੰ ਕੀ ਕਰਨਾ ਚਾਹੀਦਾ ਹੈ? ਸਾਰੇ ਬੰਧਨ ਤੋੜੇ। ਬੰਧਨ ਮਾਤ ਪਿਤਾ ਸੰਸਾਰ, ਬੰਧਨ ਸੁਤ ਕੰਨਿਆ ਔਰ ਨਾਰ। ਫਿਰ ਫਰਮਾਇਆ ਇਹ ਸਾਰੇ ਬੰਧਨਾਂ 'ਚੋਂ ਨਿਕਲੇ ਅਤੇ ਫਿਰ ਹੋਰ ਕੀ ਸੇਵਾ ਅਤੇ ਸਿਮਰਨ ਕਰੇ। ਸਿਮਰਨ ਕਰਨ ਨਾਲ ਦੁਨੀਆ ਦੇ ਖਿਆਲ ਨਿਕਲਦੇ ਨੇ। ਵਚਨ ਨੰਬਰ 439। ਪੂਜਯ ਮਨੀਸ਼ ਸਾਹਿਬ ਜੀ ਨੇ ਫਰਮਾਇਆ ਉਸ ਮਾਲਕ ਦਾ ਰੂਪ ਕੀ ਹੈ? ਸਤਿਗੁਰ ਦਾ ਰੂਪ ਕੀ ਹੈ? ਸ਼ਬਦ। ਉਹ ਸਤਿਗੁਰ ਕਿੱਥੇ ਰਹਿੰਦਾ ਹੈ? ਤਰਲੋਕੀ ਤੋਂ ਪਾਰ, ਚੌਥੇ ਲੋਕ ਵਿੱਚ। ਵਚਨ ਨੰਬਰ 440। ਪੂਜਯ ਮਨੀਸ਼ ਸਾਹਿਬ ਜੀ ਨੇ ਫਰਮਾਇਆ ਜਿਨ੍ਹਾਂ ਨੂੰ ਵੀ ਨਾਮ ਮਿਲ ਗਿਆ ਹੈ ਉਹ ਅਸਲੀ ਹੰਸ ਨੇ। ਵਚਨ ਨੰਬਰ 441। ਅੱਜ ਪੂਜਯ ਮਨੀਸ਼ ਸਾਹਿਬ ਜੀ ਨੇ ਫਰਮਾਇਆ ਸੁਣੋ ਬਈ, ਕੀਮਤੀ ਗੱਲ ਹੈ, ਰਾਤ ਨੂੰ ਜਾਗੋ ਅਤੇ ਸਿਮਰਨ ਕਰੋ, ਇਹ ਸਭ ਤੋਂ ਵੱਡਾ ਪਰਉਪਕਾਰ ਹੈ। ਫਿਰ ਫਰਮਾਇਆ ਪ੍ਰਭ ਕੋਸ਼ਿਸ਼ ਰੇ ਸੇ ਪਰਉਪਕਾਰੀ। ਅਤੇ ਫਿਰ ਫਰਮਾਇਆ ਬਾਹਰਲਾ ਉਪਕਾਰ ਆਪਣੀ ਜਗ੍ਹਾ ਠੀਕ ਹੈ
पर ये बड़ा सब तो वड्डा उपकार है। कबीर जी ने कहा है कि आग लगी आकाश में, झड़ झड़ पैण अंगार, संत न होते जगत में, जल मरता संसार। ਅਤੇ ਫਿਰ ਫਰਮਾਇਆ, ਇਹ ਅੱਗ ਦਿਖਦੀ ਤਾਂ ਨਹੀਂ। ਅਗਰ ਅੱਜ ਪਾਕਿਸਤਾਨ ਵਾਲੇ ਕਹਿ ਦੇਣ ਕਿ ਅਸੀਂ ਕਸ਼ਮੀਰ ਲੈ ਕੇ ਹਟਾਂਗੇ ਤਾਂ ਉਸੇ ਟਾਈਮ ਅੱਗ ਲੱਗ ਗਈ ਨਾ। ਇੱਥੇ ਰੋਜ਼ਾਨਾ ਹਜ਼ਾਰਾਂ ਕਤਲ ਹੁੰਦੇ ਨੇ। ਜਿਵੇਂ ਉਹਨਾਂ ਦੀ ਆਵਾਜ਼ ਇੱਥੇ ਆ ਗਈ, ਠੀਕ ਇਸੇ ਤਰ੍ਹਾਂ ਹੀ ਇਹ ਪਾਪ ਦੀਆਂ ਲਹਿਰਾਂ ਇੱਥੇ ਵੀ ਨੇ। ਇੱਕ ਸਿਮਰਨ ਨਾਲ ਹੀ ਸ਼ਾਂਤੀ ਆਉਂਦੀ ਹੈ, ਬਾਕੀ ਨਾ। ਇਹ ਬੜਾ ਵੱਡਾ ਉਪਕਾਰ ਹੈ ਤਾਂ ਕਿ ਦੂਸਰਿਆਂ ਨੂੰ ਵੀ ਸ਼ਾਂਤੀ ਮਿਲੇ। ਫਰਮਾਇਆ, ਜਿਵੇਂ ਖੁਸ਼ਬੂ ਦੇ ਕੋਲ ਦੀ ਲੰਘੋ ਤਾਂ ਖੁਸ਼ਬੂ ਆਏਗੀ, ਬਦਬੂ ਦੇ ਕੋਲ ਦੀ ਲੰਘੋ ਤਾਂ ਬਦਬੂ ਆਏਗੀ। ਠੀਕ ਇਸੇ ਤਰ੍ਹਾਂ ਹੀ ਇਹ ਹੈ। ਬਾਕੀ ਇੱਥੇ ਡੇਰੇ 'ਚ ਮਾੜੇ ਤੋਂ ਮਾੜੇ ਆਦਮੀ ਵੀ ਆਉਂਦੇ ਨੇ, ਉਹਨਾਂ ਦਾ ਖਿਆਲ ਰੱਖੋ। ਸਭ ਨੂੰ ਪ੍ਰੇਮ ਨਾਲ ਸਮਝਾਓ, ਜ਼ਿਆਦਾ ਨਾ ਕਹੋ, ਖਿਆਲ ਜ਼ਰੂਰ ਰੱਖੋ। ਥੋੜ੍ਹਾ ਬਹੁਤ ਤਾਂ ਕਰਨਾ ਹੀ ਪੈਂਦਾ ਹੈ, ਪਰ ਸਾਧ ਸੰਗਤ 'ਚ ਆ ਕੇ ਮਾੜੇ ਤੋਂ ਮਾੜੇ ਵੀ ਸੁਧਰ ਜਾਂਦੇ ਨੇ। ਵਚਨ ਨੰਬਰ 442। ਅੱਜ ਦਿਨ ਦਾ ਸਤਸੰਗ ਥੜੇ 'ਤੇ ਹੀ ਹੋਇਆ। ਅਰਨੀਆਂ ਵਾਲੇ ਪਿੰਡ ਤੋਂ ਆਏ ਬਾਬਾ ਅਜੀਤ ਸਿੰਘ ਜੀ ਨੂੰ ਪੂਜਾ ਮਨੀ ਸਾਹਿਬ ਜੀ ਨੇ ਸ਼ਨੀਲ ਦਾ ਕੰਬਲ ਦੇ ਕੇ ਸਨਮਾਨਿਤ ਕੀਤਾ ਅਤੇ ਨਾਲ ਹੀ ਫਰਮਾਇਆ, ਇਸ ਤਰ੍ਹਾਂ ਬਾਹਰ ਦਿੰਦੇ ਤਾਂ ਨਹੀਂ, ਪਰ ਬਾਬਾ ਜੀ ਨੂੰ ਦੇ ਰਹੇ ਹਾਂ। ਅਤੇ ਫਿਰ ਫਰਮਾਇਆ, ਇਹ ਕੰਬਲ ਆਪਣੇ ਕੋਲ ਹੀ ਰੱਖਣਾ। ਫਿਰ ਫਰਮਾਇਆ, ਇਹਨਾਂ ਨੇ ਇਨਸਾਨੀਅਤ ਨੂੰ ਜਾਣਿਆ ਹੈ, ਅਸਲੀ ਮਾਣ ਤਾਂ ਦਰਗਾਹ 'ਚ ਹੈ। ਅਤੇ ਫਿਰ ਤੁਲਸੀਦਾਸ ਜੀ ਦੀ ਬਾਣੀ ਪ੍ਰਿਥਮੇ ਬੰਦੋ ਸਤਿਗੁਰ ਸੁਆਮੀ ਸ਼ਬਦ ਪੜ੍ਹਿਆ ਗਿਆ ਤਾਂ ਪੂਜਾ ਮਨੀ ਸਾਹਿਬ ਜੀ ਨੇ ਫਰਮਾਇਆ, ਇਹ ਤੁਲਸੀ ਸਾਹਿਬ ਜੀ ਦਾ ਸ਼ਬਦ ਹੈ। ਕਹਿੰਦੇ, ਪਹਿਲਾਂ ਤਾਂ ਉਹ ਸਤਿਗੁਰ ਜਿਹੜਾ ਕੁੱਲ ਖੰਡਾਂ ਬ੍ਰਹਮੰਡਾਂ ਦਾ ਮਾਲਕ ਹੈ, ਜਿਹੜਾ ਸਭ ਨੂੰ ਜ਼ਿੰਦਗੀ ਤੇ ਤਾਕਤ ਦੇ ਰਿਹਾ ਹੈ, ਜਿਹਦੇ ਚਰਨਾਂ 'ਚ ਬੈਠਾ ਸ਼ਾਂਤੀ ਤੇ ਆਨੰਦ ਲੈ ਰਿਹਾ ਹਾਂ, ਉਸ ਸਤਿਗੁਰ ਦੇ ਚਰਨਾਂ 'ਤੇ ਨਮਸਕਾਰ ਕਰਦਾ ਹਾਂ। ਅਤੇ ਫਿਰ ਫਰਮਾਇਆ, ਉਹ ਮਾਲਕ ਸਭ ਦਾ ਇੱਕ ਹੀ ਹੈ। ਅਤੇ ਫਿਰ ਫਰਮਾਇਆ, ਮਾਨਸ ਕੀ ਜਾਤ ਸਭੇ ਏਕੋ ਪਹਿਚਾਨਬੋ। ਸ਼ਬਦ ਬੋਲਿਆ ਗਿਆ ਤਾਂ ਫਿਰ ਫਰਮਾਇਆ ਕਿ ਇਹ ਜੀਵ ਦੀ ਅਸਲੀ ਜਾਤ ਹੀ ਭੁੱਲ ਗਿਆ ਹੈ, ਬਾਹਰਲੀਆਂ ਜਾਤਾਂ ਬਣਾ ਲਈਆਂ ਹਨ। ਵਚਨ ਨੰਬਰ 444। ਪੂਜਾ ਮਨੀ ਸਾਹਿਬ ਜੀ ਨੇ ਫਰਮਾਇਆ, ਇਹ ਮੁਕਤੀ ਵਾਲਾ ਸਤਿਗੁਰ ਹੈ। ਜਦ ਤੱਕ ਅਸੀਂ ਉੱਥੇ ਨਹੀਂ ਪਹੁੰਚਦੇ ਤਦ ਤੱਕ ਸ਼ਾਂਤੀ ਨਹੀਂ ਮਿਲਦੀ। ਵਚਨ ਨੰਬਰ 445। ਪੂਜਾ ਮਨੀ ਸਾਹਿਬ ਜੀ ਨੇ ਫਰਮਾਇਆ, ਸੇਵਾ 4 ਪ੍ਰਕਾਰ ਦੀ ਹੁੰਦੀ ਹੈ, ਤਨ, ਮਨ, ਧਨ ਅਤੇ ਸੁਰਤ ਦੀ। ਤਨ ਅਤੇ ਧਨ ਦੀ ਤਾਂ ਸੌਖੀ ਹੈ, ਸਾਰੇ ਹੀ ਕਰ ਲੈਂਦੇ ਨੇ। ਮਨ ਦੀ ਜ਼ਰਾ ਔਖੀ ਹੈ, ਇਹ ਸਾਡਾ ਦੁਸ਼ਮਣ ਹੈ, ਇਹ ਸਾਨੂੰ ਸਹੀ ਰਸਤੇ 'ਤੇ ਨਹੀਂ ਜਾਣ ਦਿੰਦਾ। ਫਿਰ ਇਸ ਦਾ ਇਲਾਜ ਕੀ ਹੈ? ਇਹ ਸਾਰਾ ਕੁਝ ਸੰਤਾਂ ਨੂੰ ਵੇਚ ਦੇਵੇ, ਉਹਨਾਂ ਦੇ ਹੁਕਮ ਮੁਤਾਬਕ ਭਜਨ ਸਿਮਰਨ ਕਰਦਾ ਰਹੇ ਤਾਂ ਮਨ ਦੀ ਚੰਚਲਤਾ ਘਟਦੀ ਹੈ, ਮਨ 'ਤੇ ਦਬਾਅ ਰਹਿੰਦਾ ਹੈ ਅਤੇ ਸਿਮਰਨ ਦਾ ਡੰਡਾ ਰਹਿੰਦਾ ਹੈ। ਜਦੋਂ ਸਿਮਰਨ ਕਰਦਾ ਹੈ ਤਾਂ ਇਸ ਦੀ ਇਕਾਗਰਤਾ ਹੁੰਦੀ ਹੈ। ਫਿਰ ਫਰਮਾਇਆ, ਫਿਰ ਹੌਲੀ ਹੌਲੀ ਸੁਰਤ ਦੀ ਸੇਵਾ ਸ਼ੁਰੂ ਹੁੰਦੀ ਹੈ। ਵਚਨ ਨੰਬਰ 446। ਪੂਜਾ ਮਨੀ ਸਾਹਿਬ ਜੀ ਨੇ ਫਰਮਾਇਆ, ਸਾਰੀ ਭਗਤੀ ਦਾ ਮੂਲ ਕੀ ਹੈ? ਸਾਰੀ ਭਗਤੀ ਦਾ ਨਿਚੋੜ ਕੀ ਹੈ? ਕਿ ਅੰਦਰਲੀ ਅੱਖ ਖੋਲ੍ਹਣੀ ਹੈ, ਉਸ ਸਤਿਗੁਰ ਨੂੰ ਪ੍ਰਗਟ ਕਰਨਾ ਹੈ। ਵਚਨ ਨੰਬਰ 447। ਪੂਜਾ ਮਨੀ ਸਾਹਿਬ ਜੀ ਨੇ ਫਰਮਾਇਆ, ਇਹ ਮਾਲਕ ਨਾਲ ਪ੍ਰੇਮ ਕਰਨ ਦਾ ਕੋਰਸ ਹੈ। ਕਹਿੰਦੇ, ਮਾਲਕ ਦਾ ਮਿਲਣਾ ਮੁਸ਼ਕਿਲ ਹੀ ਨਹੀਂ, ਪਰ ਗਰੀਬ ਅਤੇ ਦਾਸ ਬਣਨਾ ਔਖਾ ਹੈ। ਇਹ ਸਭ ਤੋਂ ਵੱਡਾ ਗੁਣ ਹੈ। ਵਚਨ ਨੰਬਰ 448। ਪੂਜਾ ਮਨੀ ਸਾਹਿਬ ਜੀ ਨੇ ਫਰਮਾਇਆ, ਉਹ ਸਤਿਗੁਰ ਪਹਿਲਾਂ ਅੰਦਰ ਸੰਤਾਂ ਦੇ ਰੂਪ 'ਚ ਆਉਂਦਾ ਹੈ, ਬਾਹਰ ਨਹੀਂ ਆਉਂਦਾ। ਸਤਿਗੁਰ ਅੱਖਾਂ ਤੱਕ ਆਉਂਦਾ ਹੈ, ਉਹ ਰੋਜ਼-ਰੋਜ਼ ਅੱਖਾਂ ਤੱਕ ਸਫ਼ਰ ਕਰਦਾ ਹੈ ਅਤੇ ਉਹ ਹਰ ਰੋਜ਼ ਉਹਨਾਂ ਦੀ ਸੰਭਾਲ ਕਰਦਾ ਹੈ ਜਿਹੜੇ ਜੀਵ ਸਿਮਰਨ ਕਰਦੇ ਨੇ। ਅਗਰ ਇਹ ਮਾਲਕ ਵੱਲ ਇੱਕ ਕਦਮ ਚੱਲਦਾ ਹੈ ਤਾਂ ਉਹ ਮਾਲਕ ਕਰੋੜ ਕਦਮ ਜੀਵ ਵੱਲ ਚੱਲ ਕੇ ਆਉਂਦਾ ਹੈ। ਗੁਰੂ ਸਾਹਿਬ ਦਾ ਵਚਨ ਹੈ, ਗੁਰੂ ਚਰਨ ਸ਼ਰਨ ਏਕ ਪੈਂਡ ਜਾਏ ਚਲ, ਸਤਿਗੁਰ ਕੋਟ ਪੈਂਡ ਆਗੇ ਹੋਏ ਲੇਤਾ ਹੈ। ਵਚਨ ਨੰਬਰ 449। ਪੂਜਾ ਮਨੀ ਸਾਹਿਬ ਜੀ ਨੇ ਆਪਣੇ ਮੁਖਾਰਵਿੰਦ ਤੋਂ ਫਰਮਾਇਆ, ਜਿੰਨਾ ਪਰਮਾਰਥ ਹੈ ਇੱਥੇ ਹੰਕਾਰ ਨੂੰ
जरा जिन्नी भी जगह नहीं, जरा जिन्ना भी हंकार है, यह जीव अंदर नहीं जा सकता। जिन्ने भी फकीर मालिक की दरगाह 'ਚ गए ने, सारे ही दीनता ते गरीबी नाल गए ने। वचन नंबर 450। अज पूज्य मनेश साहब जी ने फरमाया कि बिना संतां दे कोई जीव मालिक की दरगाह 'ਚ नहीं जा सकता। पुराने फकीर भी काम नहीं दिंदे। जिवें मौके का मास्टर ही काम दिंदा है, मौके का डॉक्टर ही काम दिंदा है, ठीक इस तरह ही मौके का मौजूदा संत ही काम दिंदा है। तो फिर फरमाया इस तरह के संत मालिक की दया मेहर नाल ही मिलते हैं। वो संत पैसे नहीं मंगते, उन्हां दी सेवा की है? संत की सेवा वडभागी पाइए, संत की सेवा हर नाम ते आइए। तो फिर फरमाया उन्हां दी सेवा सिर्फ ते सिर्फ नाम जपना ही है। वचन नंबर 451। अज पूज्य मनेश साहब जी ने सत्संग के अंदर आम सिमरन जो लोग करते हैं ते संतां दे दसे हुए सिमरन का की फ़र्क है खोल के समझाया। तो फिर फरमाया यह साफ फैसला है, ये पूर्ण जजां के फैसले ने, ये लफ्ज़ बदलते ही रहंदे ने ते मौके के फकीर ने दसे हुए लफ्ज़ ये काम करते हैं। ये लफ्ज़ बदलते रहे ने ते बदलते रहणगे। वचन नंबर 452। इसे सत्संग विच पूज्य मनेश साहब जी ने फरमाया वो सतगुरु दयालु है, कृपालु है, दुखां सुखां च पाउण वाला काल है। वो सतगुर सदा दयाल है। वो संत मालिक दे एजेंट हैं, मालिक दे कारकुन हैं। उन्हां दे जरिए ही मालिक काम करता है। सिर्फ ते सिर्फ उन्हां दी सोबत च आके करोड़ां पाप कटदे ने। वचन नंबर 453। अज भजन मंडली वालों महिमा साधु संघ की शब्द बोलिया गया तो पूज्य मनेश साहब जी ने फरमाया साफ साफ लफ्ज़ां च कि पहलां भी यही कानून से ते हुण भी यही है ते अगे नूं भी यही कानून रहेगा कि बिना संतां दे कोई भी जीव मालिक की दरगाह 'ਚ नहीं जा सकता। सिर्फ ते सिर्फ संतां दे जरिए ही मालिक काम करता है। संत ना होण तां मालिक दा नाम ही ना रहे, उन्हां दा नाम ही कोई दस्सण वाला ना रहे। वो संत दसदे हन कि वो सतगुरु इस तरह दा है। संत स्नेही नाम है, नाम स्नेही संत, नाम स्नेही संत, नाम से वही मिलावें, वो हैं वाकफकार, मिलन की राह बतावें। वचन नंबर 454। अज डेरा जगमाल वाली विच पिंड भैरियां तो आई संगत च एक बीबी जो बीमार सी, दर्शनां लई आई हुई सी। उन्हां अपनी बीमारी लई पूज्य मनेश साहब जी नूं बेनती कीती कि आप दुआ करो। तो पूज्य मनेश साहब जी ने फरमाया कि दुनिया इन्हां कम्मां लई ही आउंदी है, सतगुर लई तां कोई नहीं आउंदा, बस इन्हां कम्मां लई ही लोग आउंदे ने। वचन नंबर 455। पूज्य मनेश साहब जी ने फरमाया अज कल उधार देण दा टाइम नहीं, फिर कौन दिंदा है? पिंडां 'ਚ तां यही हाल है, उधार दिओ तां ठीक है, ना दिओ तां ठीक नहीं। वचन नंबर 456। पूज्य मनेश साहब जी ने फरमाया बस बई एक भजन ही सहाई है, रात नूं जागो ते भजन करो। ਅਤੇ फिर फरमाया हुण तां डेरे विच इन्ना सख्त काम भी नहीं ते नाले हुण मौसम भी ठीक है, हुण रात दी रोटी बंद करिए तां कि सिमरन करिया करन। तो पूज्य मनेश साहब जी ने फिफाणे वाले पंडित जी नूं मुखातब होकर फरमाया क्यों पंडित जी? तो पंडित जी ने कहा जी आपकी मौज है। पूज्य मनेश साहब जी ने फिर फरमाया काम तो इन्ना है, नहीं तो रात नूं सारे जागण। सिर्फ ते सिर्फ एक भजन ही सहाई है, दुनिया विच होर कोई सहाई नहीं है। वचन नंबर 457। अज पूज्य मनेश साहब जी ने फरमाया कि दसदे ने कि गुरु ग्रंथ साहब 'ਚ 45 बोलियां ने। वचन नंबर 458। पूज्य मनेश साहब जी ने फरमाया बाहर सारी उम्र मत्था मारदा रहूगा, तकलीफ भी कटूगा, पर इधर मन 2 दिन नहीं भजन करन देगा। चलो हुण चलते फिरते अपना सिमरन करते रहो।
ਵਚਨ ਨੰਬਰ 459। ਅੱਜ ਪੂਜਯ ਮਨੇਸ਼ ਸਾਹਿਬ ਜੀ ਪ੍ਰੇਮੀ ਅਜੈਬ ਸਿੰਘ ਜੀ ਕੂਕਿਆਂ ਵਾਲੀ ਨਾਲ ਗੱਲਬਾਤ ਕਰਦਿਆਂ ਹੋਇਆ ਫਰਮਾਇਆ, ਅਜੈਬ ਸਿੰਘ ਇੱਥੇ ਡੇਰੇ ਰੱਖਣ ਲਈ ਕਈ ਆਦਮੀ ਲਿਆਇਆ ਪਰ ਕੋਈ ਨਾ ਰਿਹਾ, ਇੱਕ ਗੁਰਦਾਸ ਹੀ ਰਿਹਾ। ਅਜੈਬ ਸਿੰਘ ਨੇ ਕਿਹਾ, ਹਾਂਜੀ ਇਹ ਤਾਂ ਪੱਕਾ ਹੋ ਗਿਆ। ਤਾਂ ਪੂਜਯ ਮਨੇਸ਼ ਸਾਹਿਬ ਜੀ ਨੇ ਫਰਮਾਇਆ, ਕਈ ਆਦਮੀ ਆਏ, ਸਾਰੇ ਭੱਜ ਗਏ। ਤੇ ਫਿਰ ਫਰਮਾਇਆ, ਅਜੈਬ ਸਿੰਘ ਵੀ ਭੱਜ ਗਿਆ, ਨਾਲੇ ਘਰਦਿਆਂ ਨੇ ਵੀ ਛੁੱਟੀ ਦੇ ਦਿੱਤੀ ਸੀ। ਅਜੈਬ ਸਿੰਘ ਨੇ ਕਿਹਾ, ਨਹੀਂ ਜੀ ਅਸੀਂ ਤਾਂ ਨਹੀਂ ਭੱਜੇ, ਆਪਾਂ ਤਾਂ ਇੱਥੇ ਹੀ ਰਹਿੰਦੇ ਹਾਂ। ਘਰਦਿਆਂ ਨੇ ਜ਼ਰੂਰ ਉੱਪਰੋਂ ਹੀ ਛੁੱਟੀ ਦਿੱਤੀ ਸੀ, ਅੰਦਰੋਂ ਨਹੀਂ ਦਿੱਤੀ ਸੀ। ਤਾਂ ਪੂਜਯ ਮਨੇਸ਼ ਸਾਹਿਬ ਜੀ ਇਹ ਸੁਣ ਕੇ ਹੱਸਣ ਲੱਗੇ। ਮਾਇਆ ਉਹਨਾਂ ਤਾਂ ਉੱਪਰੋਂ ਛੁੱਟੀ ਦਿੱਤੀ ਸੀ ਅਤੇ ਇਹਨਾਂ ਨੇ ਅੰਦਰੋਂ ਲੈ ਲਈ। ਤਾਂ ਇਹ ਗੱਲ ਸੁਣ ਕੇ ਸਾਰੀ ਸੰਗਤ ਹੱਸਣ ਲੱਗੀ। ਸੋ ਗੁਰੂ ਪਿਆਰੀ ਸਾਧ ਸੰਗਤ ਜੀ, ਅੱਜ ਲਈ ਸਿਰਫ ਇੰਨਾ ਹੀ। ਕੱਲ੍ਹ ਫੇਰ ਆਪਣੇ ਪਿਆਰੇ ਮੁਰਸ਼ਿਦ ਪੂਜਯ ਮਨੇਸ਼ ਸਾਹਿਬ ਜੀ ਦੇ ਅਨਮੋਲ ਵਚਨਾਂ ਦਾ ਖਜ਼ਾਨਾ ਲੈ ਕੇ ਆਪ ਜੀ ਨਾਲ ਰੂਬਰੂ ਹੋਵਾਂਗਾ। ਤਦ ਤੱਕ ਦੇ ਲਈ ਇਸ ਨਾਚੀਜ਼ ਨੂੰ ਇਜਾਜ਼ਤ ਦਿਓ ਅਤੇ ਨਾਲ ਹੀ ਮੇਰੀ ਦੋਨੋਂ ਹੱਥ ਜੋੜ ਕੇ ਪਿਆਰ ਭਰੀ ਧੰਨ ਧੰਨ ਸਤਿਗੁਰੂ ਤੇਰਾ ਹੀ ਆਸਰਾ, ਹਾਜ਼ਰ ਨਾਜ਼ਰ ਜਿੰਦਾ ਰਾਮ ਤੇਰਾ ਹੀ ਆਸਰਾ ਕਬੂਲ ਫਰਮਾਓ।